ਇੱਕ ਮੋਟਰਸਾਈਕਲ ਚਲਾ ਰਿਹਾ ਸੀ। ਇੱਕ ਜਿਹੜਾ ਪਿੱਛੇ ਬੈਠਾ ਸੀ ਉਹਨੇ ਫਾਇਰ ਲਗਾਇਆ ਕਮਰ ਨੇ। ਕਮਰ ਦਾ ਆਪਣੀ ਚਾਚੀ ਦੇ ਨਾਲ ਕੋਈ ਨਜਾਇਜ਼ ਤਾਲੁਕ ਵੀ ਸੀ? ਜਾਇਜ਼ ਤਲਕ ਸੀ। ਕਿੰਨੇ ਅਰਸੇ ਤੋਂ ਸੀ? 3 ਸਾਲ ਤੋਂ। ਦੋਵੇਂ ਚਾਚੀ ਭਤੀਜਾ ਇੱਕ ਦੂਸਰੇ ਦੇ ਨਾਲ ਰਾਬਤੇ ਦੇ ਵਿੱਚ ਸੀ। ਰਾਬਤਾ ਚੱਲ ਰਿਹਾ ਇਹਨਾਂ ਦਾ। ਮੋਬਾਈਲ ਵਿੱਚ ਕੀ ਕਲੀਅਰ ਆਇਆ? ਇਹ ਡਾਟਾ ਇੱਕ ਮਿੰਟ ਦੀ ਖਬਰ ਚੱਲਦੀ ਰਹੀ ਹੈ। ਇਸ ਟਾਈਮ ਮੈਂ ਕੰਮ ਕਰ ਰਿਹਾ, ਇਸ ਟਾਈਮ ਮੈਂ ਕੰਮ ਕਰ ਰਿਹਾ। ਇਹਨਾਂ ਦੀ ਵੀਡੀਓ ਵੀ ਫੜੀ ਗਈ। अस्सलाम वालेकुम नाज़रीन, मैं हूं एडी मलिक और मैं इस वक्त सांदे में मौजूद हूं। सांदा में कुछ रोज़ पहले चची ने अपने भतीजे के साथ मिलकर अपने शोहर को बेदर्दी के साथ कत्ल करवा दिया। सारी कहानी मकतूल के भाइयों से जानते हैं कि ये सारा मामला कैसे पेश आया। और ये भी कहना है कि पुलिस ने जब चची को और उसके भतीजे को गिरफ़्तार किया तो इन्वेस्टिगेशन के बाद ये मालूम हुआ कि चची का अपने सगे भतीजे के साथ नाजायज़ ताल्लुक़ था और इसी ताल्लुक़ को बरकरार वो रखने के लिए उन्होंने अपने शोहर को कत्ल करवा दिया। मज़ीद कहानी क्या है ये इनसे जानते हैं। अस्सलाम वालेकुम जी। चाचा जी की होया सी, किस तरह तुहाडे भरा नूं कत्ल कीता जी? ਇਹ ਦੋ ਆਦਮੀ ਆਏ ਨੇ ਤੇ ਇੱਕ ਮੋਟਰਸਾਈਕਲ ਚਲਾ ਰਿਹਾ ਸੀ। अच्छा, ਇੱਕ ਜਿਹੜਾ ਪਿੱਛੇ ਬੈਠਾ ਸੀ ਉਹਨੇ ਫਾਇਰ ਲਗਾਇਆ ਕਮਰ ਨੇ। ठीक है। ਦੋ ਮੋਟਰਸਾਈਕਲ ਸਟਾਰਟ ਰੱਖੀ ਹੈ, ਇੱਕ ਹੀ ਫਾਇਰ ਲਗਾਇਆ ਤੇ ਉਹ ਚਲੇ ਗਏ ਨੇ, ਫਰਾਰ ਹੋ ਗਏ ਨੇ। अच्छा, कमर ਦਾ ਆਪਣੀ ਚਾਚੀ ਦੇ ਨਾਲ ਕੋਈ ਨਜਾਇਜ਼ ਤਾਲੁਕ ਵੀ ਸੀ? ਜਾਇਜ਼ ਤਲਕ ਸੀ। ਕਿੰਨੇ ਅਰਸੇ ਤੋਂ ਸੀ? 3 ਸਾਲ ਤੋਂ। ਤੇ ਉਹ ਪਤਾ ਨਹੀਂ ਸੀ ਘਰਦਿਆਂ ਨੂੰ? ਹਾਂ ਪਤਾ ਸੀ, ਅੱਛਾ ਰੋਕਦੇ ਰਹੇ ਨੇ। ਉਹ ਅੱਗੋਂ ਬਦਮਾਸ਼ੀ ਪਾਉਂਦਾ ਸੀ ਕੰਮ। ਅੱਛਾ, ਤੁਹਾਡੀ ਜਿਹੜੀ ਭਾਬੀ ਹੈ ਖਤੂਨ ਜਿਹੜੀ ਆਸਮਾ ਹੈ, ਉਹਦੀ ਉਮਰ ਤਕਰੀਬਨ 40 ਸਾਲ ਹੈ, ਮੁੰਡੇ ਦੀ ਤਕਰੀਬਨ 20 ਸਾਲ ਹੈ, ਲੇਕਿਨ ਇਹ ਕਿਸ ਤਰ੍ਹਾਂ ਵਰਗਲਾਇਆ, ਕਿੰਨੇ ਉਹਨੂੰ ਫਸਾਇਆ ਆਪਣੇ ਝਾਂਸੇ ਦੇ ਵਿੱਚ? ਉਹ ਉਹਨਾਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਉਹਨਾਂ ਕੀਤਾ ਹੈ। ਅੱਛਾ, ਪਤਾ ਕਿਸ ਤਰ੍ਹਾਂ ਚੱਲਿਆ ਸੀ ਕਿ ਇਹਨਾਂ ਦਾ ਨਜਾਇਜ਼ ਤਾਲੁਕ? ਇਹ ਆਂਦਾ ਸੀ, ਇਹ ਡੇਲੀ ਉਹ ਸੌਦਾ ਵੇਚਣ ਜਾਂਦਾ ਸੀ। ਅਸੀਂ ਜਦੋਂ ਆਉਂਦੇ ਸਾਂ ਘਰ ਦੇ ਅੱਗੇ ਇਹ ਹੁੰਦਾ ਸੀ, ਰੋਜ਼ ਸਾਨੂੰ ਮਸਾਏ ਦੱਸਦੇ ਸਨ ਕਿ ਇਹ ਮੁੰਡਾ ਡੇਲੀ ਆ ਰਿਹਾ ਹੈ। ਕਮਰ? ਹਾਂਜੀ, ਕਮਰ ਡੇਲੀ ਆਂਦਾ ਪਿਆ। ਅੱਛਾ, ਤੇ ਉਹਦੀ ਕਮਰ ਦੇ ਚਾਚੂ ਨੂੰ ਨਹੀਂ ਸੀ ਪਤਾ ਕਿ ਜੀ ਮੈਂ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਜਾਣਾ ਵਾ? ਇਹਨਾਂ ਦੀ ਵੀਡੀਓ ਵੀ ਫੜੀ ਗਈ। ਵੀਡੀਓ ਵੀ ਫੜੀ ਗਈ ਅੱਛਾ, ਤੇ ਥੋੜੇ ਦਿਨ ਲਈ ਇਹ ਪਿੱਛੇ ਰੁਕੇ ਨੇ, ਨਹੀਂ ਆਂਦਾ ਰਿਹਾ, ਫਿਰ ਸ਼ੁਰੂ ਹੋ ਗਿਆ। ਅੱਛਾ, ਤੇ ਜਿਸ ਦਿਨ ਕਤਲ ਹੋਇਆ ਸੀ ਤੇ ਕਿੱਥੇ ਸੀ ਮਕਤੂਲ ਮੁਸ਼ਤਾਕ ਜਿਹੜਾ ਸੀ? ਦਰਵਾਜ਼ਾ ਬਾਹਰ ਮੇਨ ਤੋਂ ਅੰਦਰਲੀ ਸਾਈਡ ਤੇ ਉੱਥੇ ਕੀ ਕਰ ਰਹੇ ਸੀ? ਪੈਪ ਲਗਾ ਰਿਹਾ ਸੀ। ਅੱਛਾ ਪਾਣੀ ਵਾਲਾ ਡਰਮ 'ਚ ਪਾਣੀ ਪਾਣਾ ਸੀ ਸਾਗ ਨੂੰ, ਸਬਜ਼ੀ ਨੂੰ ਧੋਣ ਵਾਸਤੇ। ਅੱਛਾ, ਤੇ ਮੁਸ਼ਤਾਕ ਕੰਮ ਕੀ ਕਰਦਾ ਸੀ? ਸਬਜ਼ੀ ਵੇਚਦਾ ਸੀ ਤੇ ਸਰਸੋਂ ਦਾ ਸਾਗ ਨੂੰ ਨਾ ਪਾਣੀ ਲਗਾ ਰਿਹਾ ਸੀ। ਅੱਛਾ, ਤੇ ਉਸ ਟਾਈਮ ਤੇ ਪਾਣੀ ਲਾ ਰਿਹਾ ਸੀ ਜਿਸ ਟਾਈਮ ਤੇ ਹਮਲਾ ਕੀਤਾ? ਉਹਨੇ ਪੈਪ ਨਲਕੇ ਨਾਲ ਨਾ ਪੈਪ ਲਾ ਰਿਹਾ ਸੀ, ड्रामे 'ਚ पानी पाना। अच्छा, मेरे साथ रियाज साहब भी मौजूद हैं जो इस मुकदमे के मुद्दई हैं। रियाज साहब, मुझे ये बताएं कि आपको कैसे पता चला कि आपके भाई को कत्ल कर दिया गया? ਪਹਿਲੇ ਤਾਂ ਕੋਈ ਨਹੀਂ ਪਤਾ ਲੱਗਾ ਵੀ ਦੂਸਰੇ ਜਿਹੜੇ ਵੱਡੇ ਭਾਈ ਦੇ ਬੇਟੇ ਨੇ ਮਾਰਿਆ ਨਾ, ਉਹਨੇ ਸਾਨੂੰ ਫੋਨ ਕੀਤਾ ਵੀ ਭਾਈ ਤੁਹਾਡਾ ਕਤਲ ਹੋ ਗਿਆ। अच्छा, जिन्हें मारे उन्हें फ़ोन किया? ਉਹਦੇ ਭਾਈ ਨੇ ਕੀਤਾ, ਵੱਡੇ ਭਾਈ ਨੇ ਸਾਨੂੰ ਫੋਨ ਕਰ ਦਿੱਤਾ। ਮੇਰੇ ਸਾਥ ਹੀ ਘਰ ਮੈਂ ਦਸਤੀ ਆਇਆ, ਪਤਾ ਲੱਗਾ ਵੀ ਇਹ ਕਤਲ ਹੋ ਚੁੱਕਾ। किन्ने फायर मारे सी? ਇੱਕੋ ਹੀ ਫਾਇਰ ਲੱਗਾ ਦਿਮਾਗ। अच्छा, ਤੇ ਉਹ ਉਸ ਟਾਈਮ ਤੇ ਜ਼ਿੰਦਾ ਸੀ ਜਦੋਂ ਤੁਸੀਂ ਮੌਕੇ ਤੇ? ਬਹੁਤ ਹੋ ਗਿਆ ਸੀ ਉਦੋਂ। ਅੱਛਾ, ਹਸਪੀਟਲ ਨਹੀਂ ਲੈ ਕੇ ਗਏ? ਨਹੀਂ, ਹਸਪੀਟਲ ਨਹੀਂ ਲੈ ਗਏ। ਪਤਾ ਕਿਸ ਤਰ੍ਹਾਂ ਚੱਲਿਆ ਸੀ ਕਿ ਜੀ ਇਹ ਕਾਮਰਾਨ ਨੇ ਕਤਲ ਕੀਤਾ? ਪਤਾ ਜਦੋਂ ਡਾਟਾ ਫੜੀਚਾ ਇਹਨਾਂ ਦਾ, ਅਸੀਂ ਕਿਹਾ ਮੋਬਾਈਲ ਇਹਨਾਂ ਦੇ ਪਕੜ ਲਓ ਠੀਕ ਹੈ। ਤੇ ਸਾਰੀ ਗੱਲ ਸਾਹਮਣੇ ਆ ਜਾਏਗੀ। ਉਹੀ ਗੱਲ ਹੋਇਆ, ਸਾਰੀ ਗੱਲ ਸਾਹਮਣੇ ਆ ਗਈ। ਜਦੋਂ ਵਾਕਿਆ ਹੋਇਆ ਸੀ, ਮੁਕੱਦਮਾ ਦਰਜ ਕਰਵਾਇਆ ਸੀ, ਮੁਕੱਦਮਾ ਤੇ ਤੁਹਾਡਾ ਨਾਮਲੂਮ ਅਫਰਾਦ ਦੇ ਖਿਲਾਫ ਸੀ ਨਾ, ਇਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਨਾਮਜ਼ਦ ਕੀਤਾ? ਉਹ ਮੋਬਾਈਲ ਪਕੜੇ ਨਾ ਇਹਨਾਂ ਦੇ, ਮੋਬਾਈਲ 'ਚ ਕੰਮ ਕਲੀਅਰ ਆ ਗਿਆ ਸਾਰਾ। ਮੋਬਾਈਲ ਦੇ ਵਿੱਚ ਕੀ ਕਲੀਅਰ ਆਇਆ? ਇਹ ਡਾਟਾ ਇੱਕ ਮਿੰਟ ਦੀ ਖਬਰ ਚੱਲਦੀ ਰਹੀ ਹੈ। ਇਸ ਟਾਈਮ ਮੈਂ ਕੰਮ ਕਰ ਰਿਹਾ, ਇਸ ਟਾਈਮ ਮੈਂ ਕੰਮ ਕਰ ਰਿਹਾ। ਅੱਛਾ, ਦੋਵੇਂ ਚਾਚੀ ਭਤੀਜਾ ਇੱਕ ਦੂਸਰੇ ਦੇ ਨਾਲ ਰਾਬਤੇ ਦੇ ਵਿੱਚ ਸੀ? ਰਾਬਤਾ ਚੱਲ ਰਿਹਾ ਇਹਨਾਂ ਦਾ। ਉਹ ਜਿਹੜੀ ਮੁਲਜ਼ਮਾ ਹੈਗੀ ਆ, ਉਹਦਾ ਬਿਆਨ ਵੀ ਅਸੀਂ ਦੇਖਿਆ ਹੈ ਔਰ ਉਹਨੇ ਕਿਹਾ, ਪੁਲਿਸ ਨੂੰ ਵੀ ਬਿਆਨ ਦਿੱਤਾ ਹੈ ਤੇ ਮੀਡੀਆ ਤੇ ਵੀ ਬਿਆਨ ਦਿੱਤਾ ਹੈ ਕਿ ਜੀ ਮੇਰਾ ਉਹਦੇ ਨਾਲ ਤਾਲੁਕ ਸੀ, ਲੇਕਿਨ ਹੁਣ ਮੈਂ ਤੋਬਾ ਕਰ ਲਈ ਸੀ, ਮੈਂ ਇਹਨੂੰ ਨਹੀਂ ਮਰਵਾਇਆ ਵੀ, ਇਹਨੇ ਖੁਦ ਹੀ ਮਾਰਿਆ ਜੀ। ਇਹ ਡਾਟੇ 'ਚ ਆਇਆ, ਮੈਨੂੰ ਮਰਵਾਇਆ ਆਪ। ਲੇਕਿਨ ਉਹ ਮੀਡੀਆ ਤੇ ਕਿਉਂ ਬਿਆਨ ਦਿੱਤੇ ਉਹਨੇ? ਮੀਡੀਆ 'ਚ ਜਿਵੇਂ ਮਰਜ਼ੀ ਬਿਆਨ ਝੂਠ ਬੋਲੀ ਜਾਵੇ, ਡਾਟੇ 'ਚ ਸਾਫ਼ ਆ ਗਿਆ ਵੀ ਇਸ ਟਾਈਮ ਮੈਂ ਕਰ ਰਿਹਾ, ਜੇ ਫਾਇਰ ਮਾਰਦੇ ਉਹਨੂੰ, ਇਸ ਟਾਈਮ ਮੈਂ ਕਰ ਦਿਓ। ਉਸ ਦਿਨ ਵੀ ਉਹਨੂੰ ਦੱਸਿਆ ਸੀ ਕਿ ਇਸ ਟਾਈਮ ਤੇ ਇਹ ਕਰਦਾ ਪਿਆ ਤੇ ਆ ਕੇ ਇਹਨੂੰ ਮਾਰ ਦਿਓ? ਹਾਂ, ਉਹ ਕਾਲ ਚੱਲੀ ਇਹਨਾਂ ਦੀ। ਉਹ ਕਾਲ ਤੋਂ ਤਾਂ ਪਕੜੇ ਗਏ ਨੇ, ਅਸੀਂ ਥੋੜਾ ਪਕੜਾਇਆ ਨਾ। ਅੱਛਾ, ਤੇ ਤੁਹਾਨੂੰ ਵੀ ਪਤਾ ਸੀ ਕਿ ਇਹਨਾਂ ਦੋਵਾਂ ਦਾ ਨਜਾਇਜ਼ ਤਾਲੁਕ ਹੈਗਾ ਆਪਸ ਵਿੱਚ? ਸਾਨੂੰ ਸ਼ੱਕ ਸੀ ਪੂਰਾ। ਤੇ ਸਮਝਾਇਆ ਨਹੀਂ ਤੁਸੀਂ ਇਹਨਾਂ ਨੂੰ? ਮੈਂ ਸਮਝਾਇਆ, ਕੌਣ ਨਹੀਂ ਸੀ ਸਮਝਦਾ ਵੀ? ਦੋਨੇ ਨਹੀਂ ਸਮਝਦੇ। ਤੈਨੂੰ ਸਮਝਾਇਆ, ਚਲੋ ਖਤਮ ਕਰਤੀ, ਤੇਰੀ ਚਾਚੀ ਹੈ, ਕੋਈ ਬਾਤ ਨਹੀਂ, ਖਤਮ ਹੋ ਗਿਆ। ਫਿਰ ਉਹੀ ਚੱਕਰ ਚੱਲਦਾ ਰਿਹਾ। ਤੇ ਚਾਚੀ ਨੂੰ ਨਹੀਂ ਕਿਸੇ ਨੇ ਸਮਝਾਇਆ ਵੀ? ਉਹਨੂੰ ਵੀ ਸਮਝਾਇਆ, ਉਹ ਵੀ ਨਹੀਂ ਸਮਝੀ। ਉਹਦੇ ਘਰਦਿਆਂ ਨੇ, ਮਾਂ ਨੇ ਜਾਂ ਪਿਓ ਨੇ, ਭਰਾ ਨੇ, ਕਿਸੇ ਨੇ ਨਹੀਂ ਸਮਝਾਇਆ? ਸਾਰਿਆਂ ਨੇ ਸਮਝਾਇਆ, ਕੋਈ ਸਮਝ ਆਈ ਨਹੀਂ ਕਿਸੇ ਨੂੰ। ਸਾਰਿਆਂ ਦੇ ਸਾਹਮਣੇ ਕਹਿਤੀ ਮੈਂ ਛੋੜ ਦਿਆ, ਜਿਵੇਂ ਹੁਣ ਕਹਿ ਰਹੀ ਬਿਆਨ ਤੇ। ਤਲਕ ਚੱਲਦੇ ਰਹੇ ਇਹਨਾਂ ਦੇ। 4 ਬੱਚੇ ਨੇ ਔਰ ਮਾਸ਼ਾਅੱਲਾ ਬੱਚੇ ਵੀ ਜਵਾਨ ਹੋਏ ਨੇ, ਲੇਕਿਨ ਫਿਰ ਵੀ ਇਹੋ ਜਿਹਾ ਜਨੂਨ ਕਿਉਂ ਸਰਵਾਰ ਹੋਇਆ ਸਿਰ ਪਤਾ ਨਹੀਂ ਤੇ? ਕਿਉਂ ਜਨੂਨ ਸਵਾਰ ਰਹੇ ਨੇ।
3 ਸਾਲ ਤੋਂ ਤੁਸੀਂ ਕਹਿ ਰਹੇ ਕਿ ਉਹਨਾਂ ਦਾ ਅਫੇਅਰ ਸੀ। 3 ਸਾਲਾਂ ਦੇ ਵਿੱਚ ਕੋਈ ਐਸਾ ਨਹੀਂ ਸੀ ਹੈ ਵੀ ਤੁਹਾਡੇ ਪੂਰੇ ਬਰਾਦਰੀ ਚ ਖਾਨਦਾਨ ਦੇ ਚ ਕਿ ਜੀ ਅਸੀਂ ਇਹਨਾਂ ਨੂੰ ਸਮਝਾਈਏ ਕਿ ਇਹ ਨਜਾਇਜ਼ ਤਲਕ ਹੈਗਾ ਹੈ, ਗਲਤ ਹੈਗਾ ਜੇ? ਮਹੀਨਾ ਪਹਿਲੇ ਤਲਾਕ ਵੀ ਦਿੱਤੀ ਉਹਨੇ, ਫਿਰ ਭੈਣਾਂ ਭਰਾਵਾਂ ਨੇ ਉਹਨਾਂ ਦੀ ਸੁਲ੍ਹਾ ਕਰਾ ਦਿੱਤੀ, ਜ਼ਬਾਨੀ ਕਲਾਮੀ ਤਲਾਕ ਹੋਈ। ਅੱਛਾ, ਫਿਰ ਕਿਆ ਹੁਣ ਸਮਝ ਜਾਣਗੇ? ਮਹੀਨੇ ਬਾਅਦ ਉਹਨਾਂ ਨੇ ਇਹ ਕੰਮ ਹਾਤਾ। ਮਰਵਾਇਆ ਕਿਉਂ? ਵਜ੍ਹਾ ਕੀ ਹੈ? ਕਿਸ ਚੀਜ਼? ਪ੍ਰਾਪਰਟੀ ਦੀ ਵਜ੍ਹਾ ਨਾਲ ਮਰਵਾਇਆ। ਅਸਲ ਮੇਨ ਜੋ ਮੁੱਦਾ ਹੈ ਉਹ ਪ੍ਰਾਪਰਟੀ ਹੈ। ਪ੍ਰਾਪਰਟੀ ਹੈ, 1 ਕਰੋੜ ਰੁਪਏ ਦੀ ਉਹਦੀ ਪ੍ਰਾਪਰਟੀ ਹੈ, ਤੇ ਪ੍ਰਾਪਰਟੀ ਕਿਹਦੇ ਨਾਮ ਸੀ? ਮੇਰੇ ਭਾਈ ਦੇ ਨਾਂ। ਤੇ ਉਹ ਤੇ ਮਰ ਗਏ ਨੇ, ਤੇ ਹੁਣ ਪ੍ਰਾਪਰਟੀ ਕਿੱਥੇ? ਪ੍ਰਾਪਰਟੀ ਹੈ ਭਾਈ ਦੇ ਨਾਂ ਹੀ ਹੈ। ਇਹਨੇ ਆਪਣੇ ਭਤੀਜੇ ਨੂੰ, ਜਿਹੜਾ ਉਹਦਾ ਆਸ਼ਿਕ ਵੀ ਸੀ, ਉਹਨੂੰ ਕੀ ਵਰਗਲਾਇਆ ਸੀ ਕਿ ਜੀ ਅਸੀਂ ਪ੍ਰਾਪਰਟੀ ਨੂੰ ਤੈਨੂੰ ਦੇ ਦਿਆਂਗੇ? ਕਿ ਕੋਈ ਗੱਡੀ ਲਵਾਂਗੇ, ਮੋਬਾਈਲਾਂ ਦੀ ਦੁਕਾਨ ਪਾਵਾਂਗੇ, 4 ਦਿਨ ਯਾਸ਼ੀ ਕਰਾਂਗੇ। ਅੱਛਾ, ਉਹਨੂੰ ਕਤਲ ਕਰਵਾਉਣ ਤੋਂ ਬਾਅਦ ਪ੍ਰਾਪਰਟੀ ਵੇਚ ਕੇ ਤੇ ਮੋਬਾਈਲਾਂ ਦਾ ਕਾਰੋਬਾਰ ਕਰਨਾ? ਹਾਂਜੀ, ਇਹ ਲਾਲਚ ਸੀ। ਇਹ ਲਾਲਚੀ ਦਿੱਤਾ ਹੈ। ਤੇ ਉਹ ਮੁੰਡਾ ਕੀ ਕੰਮ ਕਰਦਾ ਸੀ? ਮੁੰਡਾ ਰਕਸ਼ਾ ਚਲਾਉਂਦਾ ਹੈ। ਤੇ ਉਹ ਜਿਹੜਾ ਮੁੰਡਾ ਉਹਦੇ ਨਾਲ ਫੜਿਆ ਗਿਆ? ਨਾਲ ਯਾਰ ਦੋਸਤ ਉਹਦਾ ਮਹੱਲੇ ਦਾ ਹੀ ਉਹ ਵੀ। ਅੱਛਾ, ਉਹ ਵੀ ਮਹੱਲੇ ਦਾ ਹੀ ਹੈ। ਉਹ ਵੀ ਮਹੱਲੇ ਦਾ ਹੀ ਹੈ। ਉਹਨੂੰ ਉਹਨੇ ਕੀ ਕਿਹਾ ਸੀ ਕਿ ਅਸੀਂ ਕਿਹੜਾ ਕੰਮ ਕਰਨ ਜਾ ਰਹੇ? ਅਸੀਂ ਵੀ ਪ੍ਰਾਪਰਟੀ ਵੇਚਾਂਗੇ ਤੇ ਦੋਵੇਂ ਰਲ ਕੇ ਮੋਬਾਈਲਾਂ ਦੀ ਦੁਕਾਨ ਪਾਵਾਂਗੇ, ਨਾਲ ਇੱਕ ਕਾਰ ਲਵਾਂਗੇ। ਅੱਛਾ, ਉਹ ਵੀ ਇਸ ਟਾਈਮ ਟੁਰ ਪਿਆ। ਉਹ ਮੇਰੇ ਦੂਸਰੇ ਰਿਸ਼ਤੇਦਾਰ ਨੇ ਇਹਨੂੰ ਫਾਇਰ ਮਾਰਦਾ, ਉਹ ਕਾਮਯਾਬ ਹੋ ਗਏ ਮਾਰਨ। ਹੁਣ ਮੁਲਜ਼ਮਾਨ ਇਸ ਟਾਈਮ ਤੇ ਸਾਰੇ ਜੇਲ੍ਹ ਚਲੇ ਗਏ ਨੇ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਭਰਾ ਨੂੰ ਇਨਸਾਫ ਮਿਲੇਗਾ? ਤੇ ਇਹਨਾਂ ਨੂੰ ਅਗਰ ਕੋਈ ਤੁਹਾਡਾ ਆਪਣਾ ਕੋਈ ਖਾਨਦਾਨ ਦੇ ਵਿੱਚ ਕੋਈ ਬੰਦਾ ਅੱਗੇ ਆ ਜਾਂਦਾ ਕਿ ਯਾਰ ਮਾਫੀ ਦੇ ਦੇ, ਉਹ ਬੱਚਾ ਹੈ, ਉਹ ਭਾਬੀ, ਜੋ ਵੀ ਹੈ? ਨਹੀਂ, ਮਾਫੀ ਵਾਲੀ ਤਾਂ ਗੱਲ ਹੀ ਕੋਈ ਨਹੀਂ। ਇਹ ਤੇ ਵਜ਼ੀਰ ਆਜ਼ਮ ਨੂੰ ਕੋਈ ਦਰਖਾਸਤ ਹੈ ਵੀ ਇਹਨਾਂ ਨੂੰ ਫਾਂਸੀ ਦਾ ਹੁਕਮ ਹੋਵੇ। ਜਿਹੜੇ ਇਸ ਤਰ੍ਹਾਂ ਦੇ 2 ਨੰਬਰ ਕੰਮ, ਗਲਤ ਕੰਮ ਕਰਦੇ ਨੇ। ਗਲਤ ਕੰਮ ਹੀ ਕਰ ਰਹੇ ਨੇ। ਦੇਖੋ ਨਾ, ਚਾਚੀ ਤੇ ਭਤੀਜੇ ਦਾ ਰਿਸ਼ਤਾ ਬੜਾ ਪਾਕ ਰਿਸ਼ਤਾ ਹੈਗਾ ਨਾ, ਲੇਕਿਨ ਉਹਦੇ ਬਾਵਜੂਦ ਵੀ ਇਹ ਮਾਂ ਹੀ ਹੈ, ਚਾਚੀ ਵੀ। ਇਹਨਾਂ ਨੂੰ ਭਾਈ ਵਜ਼ੀਰ ਆਜ਼ਮ ਨੂੰ ਦਰਖਾਸਤ ਹੈ ਵੀ ਇਹਨਾਂ ਨੂੰ ਸਜ਼ਾਏ ਮੌਤ ਹੋਵੇ, ਠੀਕ ਹੈ, ਜਾਂ ਇਹਨੂੰ ਫਾਂਸੀ ਦੇ ਤਖਤੇ ਚਾੜਿਆ ਜਾਵੇ। ਯਾਨੀ ਕਿ ਉਹ ਮੁਲਜ਼ਮਾਂ ਜੋ ਵੀ ਉਹਨੇ ਜਿੰਨੇ ਵੀ ਬਿਆਨ ਦਿੱਤੇ ਨੇ ਉਹ ਸਭ ਝੂਠੇ ਦਿੱਤੇ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ। ਦੇ ਰਹੀ ਬਿਆਨ ਉਹ ਤਾਂ ਪੂਰਾ ਮਹੱਲਾ ਗਵਾਹੀ ਦੇ ਰਿਹਾ, ਜਿਹਦੇ ਕੋ ਮਰਜ਼ੀ। ਖਤਮ ਹੋ ਗਿਆ ਹੈ। ਤੇ ਜਿਹੜਾ ਡਾਟਾ ਹੈ ਉਹ ਤੇ ਸਾਰੀ ਰਾਤ ਤੇਰੀ ਕਾਲ ਸਾਹਮਣੇ ਹੈ, ਬੰਦਾ ਪੁੱਛ ਨਹੀਂ ਸਕਦਾ। ਤੇਰਾ ਤੇ ਤਲਕ ਖਤਮ ਹੋ ਗਿਆ, ਤੇ ਤੇਰਾ ਜਿਹੜਾ ਡਾਟਾ ਤੂੰ ਸਾਰੀ ਰਾਤ ਗੱਲਾਂ ਕਰ ਰਹੀ ਹੈ, ਇਹ ਕਿਹਦੇ ਨਾਲ ਕਰ ਰਹੀ ਹੈ? ਉਹ ਕੀ ਗੱਲਾਂ ਕਰਦੀ ਸੀ? ਇਹ ਉਹਨੇ ਕਿਹਾ ਇਹਨੂੰ ਮਾਰ ਦੇ ਮਸ਼ਤਾਕ ਨੂੰ, ਨਹੀਂ ਤੇ ਮਸ਼ਤਾਕ ਤੈਨੂੰ ਮਾਰ ਦੇਗਾ ਜੀ। ਅੱਛਾ, ਇਹ ਉਹਨੇ ਉਹਨੂੰ ਮੁੰਡੇ ਨੂੰ ਕਿਹਾ? ਹਾਂ, ਮੁੰਡੇ ਨੂੰ ਕਿਹਾ ਇਹਨੂੰ ਮਾਰ ਦੇ, ਨਹੀਂ ਤੇ ਮਸ਼ਤਾਕ ਤੈਨੂੰ ਮਾਰ ਦੇਗਾ ਜੀ। ਅੱਛਾ, ਤੇ ਤੁਹਾਨੂੰ ਪਤਾ ਸੀ ਕਿ ਜੀ ਅਗਰ ਮੁੰਡੇ ਨੇ ਨਾ ਮਾਰਿਆ ਤੇ ਮੁਸ਼ਤਾਕ ਮੁੰਡੇ ਨੂੰ ਮਾਰ ਦੇਗਾ? ਨਹੀਂ, ਮਸ਼ਤਾਕ ਨਹੀਂ। ਮਸ਼ਤਾਕ ਉਹ ਸ਼ਰੀਫ ਆਦਮੀ ਸੀ, ਉਹ ਅੱਛਾ ਸੀ, ਉਹ ਆਪਣੇ ਬੱਚਿਆਂ ਲਈ ਪੈਂਦਾ ਸੀ। ਠੀਕ ਹੈ। ਉਹ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਨੇ। ਇਹ ਸਿਰਫ ਉਹਨੇ ਉਹਨੂੰ ਫਸਲਾਇਆ, ਵਰਗਲਾਇਆ ਕਿ ਇਹਨੂੰ ਮਾਰ ਦੇ। ਹਾਂਜੀ जी बिल्कुल नाज़रीन, आपने सारी कहानी सुनी कि उस खातून ने अपने भतीजे को किस तरह अपने प्यार के लालच में फंसाया और उसे ये कहा कि इस प्रॉपर्टी को सेल करेंगे और उसके बाद गाड़ी भी लेके दूंगी और आपको मोबाइलों का कारोबार भी करवाऊंगी। और मोबाइलों के कारोबार के हवाले से मुलज़िम ने ये बयान भी दिया था कि जी मैं मोबाइल का कारोबार करना चाहता था, लेकिन ये उसने नहीं बताया था कि जो कारोबार करने के लिए जो पैसे आने थे वो मुझे कहाँ से आने थे। मुलज़िमा ने जितने भी बयान दिए उसने अपने आप को बचाने के लिए वो इस तरह की कहानी उसने सुनाई कि जी मेरा किसी किस्म का कोई अब तल्लक नहीं है, जब मेरा उसके साथ तल्लक था लेकिन ख़त्म हो चुका है। लेकिन कहानी जो असल थी ये मुद्दई मुकदमा है, आपने इनकी ज़ुबानी सुन ली है कि उस ख़ातून को इन्होंने समझाया, बारहा दोनों को समझाया कि ये काम मत करो, इस काम में अच्छाई नहीं है, लोग बुरा भला कहेंगे। पूरा मोहल्ला यहाँ पर इस वक्त इकट्ठा है, लेकिन सब लोग ये गवाही देने के लिए तैयार हैं कि वो ख़ातून और वो लड़का दोनों आपस में मिले हुए थे और इन्होंने आपस में ही प्लानिंग की कि इस शख्स को किस तरह मरवाया जाए, फिर उसके बाद इस प्रॉपर्टी को किस तरह से सेल किया जाए। लेकिन कहते हैं ना कि जुर्म जितना मर्जी बढ़कर और जितनी मर्जी प्लानिंग के साथ किया जाए, लेकिन एक न एक दिन मुजरिम पकड़ा ही जाता है। आज वो तमाम के तमाम मुलज़मान जेल की हवा खा रहे हैं और उम्मीद है कि उनको तख्तादार पर लटकाया जाएगा, ताकि इस माशरे में इस तरह के जो रिश्ते हैं, हमारे चचा और फूफी, इस तरह के जो रिश्ते होते हैं ना, वो बड़े पाक रिश्ते होते हैं। लेकिन ऐसे मकरूह लोगों की वजह से अब लोग इन रिश्तों से भी जो उनसे है ना वो मुहतात रहेंगे कि जी ऐसा ना हो कि कल को इस तरह का वाक़या हमारे साथ भी पेश आ सकता है। आपने अपने घर वालों की, अपनी फैमिली की हिफाजत खुद करनी है, नहीं तो इस तरह का वाक़या आपके साथ भी पेश आ सकता है। इसी के साथ मुझे दीजिए इजाज़त। अल्लाह निगहबान।